ये दिन मनाने की ज़रूरत अब रह नहीं जानी चाहिए थी क्योंकि 365 दिन ही ਕੁੜੀਆਂ ਦਾ ਵੀ ਹੈਗਾ ਤੇ ਬੰਦਿਆਂ ਦਾ ਵੀ ਹੈਗਾ। ਅੱਜ ਵੀ ਸਾਨੂੰ ਇਹ ਲੋੜ ਮਹਿਸੂਸ ਹੁੰਦੀ ਹੈ ਕਿ ਅਸੀਂ ਇੱਕ ਸਪੈਸੀਫਿਕ ਡੇ ਨੂੰ ਇੰਟਰਨੈਸ਼ਨਲ ਵਿਮਨਸ ਡੇ ਮਨਾਈਏ। ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਵੀ ਆਲ ਨੀਡ ਟੂ ਵਰਕ ਟੁਵਰਡਸ ਅ ਡੇ ਵੈਨ ਦਿਸ ਇਜ਼ ਨਾਟ ਰਿਕੁਆਇਰਡ ਐਟ ਆਲ। ਕੁਝ ਲੋਕ ਅਜਿਹੇ ਨੇ ਜਿਨ੍ਹਾਂ ਦੀ ਸੋਚ ਦਿਨੋਂ ਦਿਨ ਡਿੱਗਦੀ ਜਾ ਰਹੀ ਆ। ਕੁੜੀਆਂ ਦੇ ਕਰੈਕਟਰ ਨੂੰ ਲੈ ਕੇ ਜਾਂ ਫਿਰ ਕੁੜੀਆਂ ਦੇ ਕੱਪੜਿਆਂ ਨੂੰ ਲੈ ਕੇ ਕਮੈਂਟ ਹੁੰਦੇ ਨੇ, ਜਿਸ ਕਰਕੇ ਕੁੜੀਆਂ ਜਿਹੜੀਆਂ ਡੀਮੋਟੀਵੇਟ ਹੋ ਜਾਂਦੀਆਂ। ਐਦਾਂ ਦੇ ਲੋਕਾਂ ਲਈ ਤਾਂ ਸਮਾਜ 'ਚ ਬਿਲਕੁਲ ਥਾਂ ਨਹੀਂ ਹੋਣੀ ਚਾਹੀਦੀ ਹੈਗੀ। ਜਿਹੜਾ ਸੋਸ਼ਲ ਕੋਡ ਹੁੰਦਾ ਹੈਗਾ ਉਹ ਸਾਰਿਆਂ ਲਈ ਬਰਾਬਰ ਹੈ। ਬੰਦਿਆਂ ਲਈ ਵੀ ਉਹੀ ਸੋਸ਼ਲ ਕੋਡ ਹੋਣਾ ਚਾਹੀਦਾ ਤੇ ਕੁੜੀਆਂ ਲਈ ਵੀ ਉਹੀ ਹੋਣਾ ਚਾਹੀਦਾ। ਜੋ ਸਹੀ ਹੈ ਉਹ ਸਹੀ ਹੈ, ਜੋ ਗਲਤ ਹੈ ਉਹ ਗਲਤ ਹੈ। ਕੋਈ ਹੋਰ ਤੁਹਾਨੂੰ ਡੀਮੋਟੀਵੇਟ ਨਹੀਂ ਕਰ ਸਕਦਾ ਜਦੋਂ ਤੱਕ ਤੁਸੀਂ ਅੰਦਰੋਂ ਡੀਮੋਟੀਵੇਟ ਨਾ ਹੋ ਜਾਓ। ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਹ ਤੋਂ ਪਹਿਲੇ ਕਿ ਸਮਾਜ ਤੇ ਪਰਿਵਾਰ ਉਹਨਾਂ ਨੂੰ ਅਪਰੀਸ਼ੀਏਟ ਕਰੇ। ਵੀ ਨੀਡ ਟੂ ਲਰਨ ਹਾਊ ਟੂ ਅਪਰੀਸ਼ੀਏਟ आवरसेल्व्स। आप खुद अपने आप को कितना सख्त रखते हैं, कितना स्ट्रॉन्ग रखते हैं और आपका परिवार आपको किस तरह से संभाल के रखता है। बाई संभालना आई डोंट मीन कि रात को 8 बजे से पहले घर आ जाओ। बाई संभालना मीन्स emotional support which a family should give to a girl. I think then girls should be fine and education is something which is absolutely non-negotiable. ਬਰਾਬਰੀ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਹੈ ਕਿ ਜੇ ਮੁੰਡੇ ਨੂੰ ਖਰਾਬ ਆਦਤ ਹੈ ਤਾਂ ਅਸੀਂ ਵੀ ਉਹ ਖਰਾਬ ਆਦਤ ਲੈ ਲਈਏ। ਰਾਈਟ। ਮਾਡਰਨ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਜੇ ਉਹ ਗਲਤ ਕਰ ਰਿਹਾ ਹੈ ਤਾਂ ਮੈਂ ਗਲਤ ਕਰਾਂ। ਨਹੀਂ, ਮੇਰੇ ਲਈ ਕੀ ਸਹੀ ਹੈ ਉਹ ਦੇਖਣਾ ਹਰ ਕੁੜੀ ਦਾ ਹੀ नहीं हर इंसान ਦਾ फर्ज है। फादर साहब की डेथ हो गई यंग एज में, तो हाँ हम घर में 3 लेडीज़ रह गए, माई मदर एंड माई 2 सिस्टर्स। अपने आप ਨੂੰ ਇੰਨਾ ਸਬਲ ਬਣਾਉਣਾ ਉਹ ਚੈਲੰਜ ਜ਼ਰੂਰ ਸੀਗਾ, ਲੇਕਿਨ ਇਹ ਚੈਲੰਜ ਥੈਂਕਫੁਲੀ ਮੇਰੇ ਲਾਈਫ 'ਚ ਮੇਰੇ ਪਰਿਵਾਰ ਵੱਲੋਂ ਜਾਂ ਈਵਨ ਸਮਾਜ ਵੱਲੋਂ ਨਹੀਂ ਆਇਆ ਕਿ ਤੂੰ ਕੁੜੀ ਹੈ ਇਸ ਕਰਕੇ ਤੂੰ ਇਹ ਨਹੀਂ ਕਰ ਸਕਦੀ ਹੈ। ਅੱਜ ਮੈਂ ਜੋ ਵੀ ਹਾਂ, ਮੇਰੇ ਪਰਿਵਾਰ ਨੇ ਮੈਨੂੰ ਜੋ ਸਿਖਾਇਆ ਹੈ, ਮੇਰੇ 'ਚ ਕੌਨਫੀਡੈਂਸ ਜਿਹੜਾ ਇਨਸਟਿਲ ਕੀਤਾ ਹੈ, ਉਹਦੇ ਕਰਕੇ ਹੀ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਹਾਂ। ਤਾਂ ਸਭ ਤੋਂ ਪਹਿਲੇ ਪਰਿਵਾਰ ਐਂਡ ਦੈਨ ਯੂ ਹੈਵ ਟੂ ਬਿਲੀਵ ਇਨ ਯੋਰਸੈਲਫ। ਮੁੰਡੇ ਜਿੰਨੇ ਨਸ਼ੇ ਦੀ ਦਲਦਲ 'ਚ ਫਸ ਰਹੇ ਨੇ, ਕੁੜੀਆਂ ਵੀ ਉਨੀਆਂ ਜ਼ਿਆਦੀਆਂ ਨੇ। ਕਿਵੇਂ ਮਤਲਬ ਸਿਸਟਮ ਇਸ ਦੇ ਵਿੱਚ ਹੈਲਪ ਕਰੇਗਾ ਕੁੜੀਆਂ ਨੂੰ ਉਸ ਚੀਜ਼ 'ਚੋਂ ਕੱਢਣ ਦੇ ਲਈ? सरकार सिस्टम हर किस्म से हेल्प करती होती है। इन द सेंस आपके लिए ड्रग डी एडिक्शन कोर्सेज करती है, आपके लिए स्किल डेवलपमेंट कोर्सेज करती है, लेकिन वो अपॉर्चुनिटी सबके लिए है। क्यों कोई एक व्यक्ति है जो गलत आदत में पड़ता है और दूसरा नहीं? इट इज़ अ वेरी पर्सनल एंड इंडिविजुअल थिंग। ਕਿਤੇ ਨਾ ਕਿਤੇ ਡਰਦੇ ਨੇ ਲੋਕ, ਪਰਿਵਾਰ ਡਰਦੇ ਨੇ ਆਪਣੀਆਂ ਕੁੜੀਆਂ ਨੂੰ ਬਾਹਰ ਕੱਢਣ ਦੇ ਲਈ। ਉਹਨਾਂ ਫੈਮਲੀਜ਼ ਨੂੰ ਤੁਸੀਂ ਕੀ ਸੁਨੇਹਾ ਦਿਓਗੇ? ਆਪਣੇ ਬੱਚੀ ਦੀ ਰਾਖੀ ਕਰਨਾ ਤਾਂ ਆਫਟਰ ਆਲ ਹਰ ਫੈਮਿਲੀ ਦੀ ਰਿਸਪੌਂਸਿਬਿਲਟੀ ਹੈ, ਲੇਕਿਨ ਉਹ ਤੋਂ ਵੱਡੀ ਜ਼ਿੰਮੇਵਾਰੀ ਸਰਕਾਰ ਦੀ ਹੈ ਤੇ ਸਾਡੇ ਵਰਗੇ ਆਫੀਸਰਸ ਦੀ ਹੈ। ਕੁੜੀਆਂ ਨੂੰ ਐਦਾਂ ਦਾ ਇੱਕ ਸਿਕਿਉਰ ਤੇ ਸੇਫ ਐਟਮੋਸਫੀਅਰ ਦਈਏ ਕਿ ਜੇ 12 ਵਜੇ ਕੰਮ ਕਰਕੇ ਵਾਪਸ ਆ ਰਹੀ ਹੈ ਤਾਂ ਸ਼ੀ ਸ਼ੁਡ ਫੀਲ ਸੇਫ। ਚੰਡੀਗੜ੍ਹ 'ਚ ਉਹ ਮਾਹੌਲ ਕਾਫੀ ਹੱਦ ਤੱਕ ਸਾਡੇ ਪੁਲਿਸ ਨੇ ਤੇ ਸਾਡੇ ਸਮਾਰਟ ਸਿਟੀ ਜਿਹੜਾ ਪ੍ਰੋਜੈਕਟ ਹੈ ਉਹਨਾਂ ਨੇ ਕਾਫੀ ਹੱਦ ਤੱਕ ਦੇਣ 'ਚ ਕਾਮਯਾਬ ਰਹੇ। ਹਰ ਜਗ੍ਹਾ CCTVs ਲਾਏ ਗਏ ਹੈਗੇ। ਛੋਟੀ ਬੱਚੀਆਂ ਸੀਗੀਆਂ ਕਾਲਜ ਦੀ, ਮੈਂ ਉਹਨਾਂ ਨੂੰ ਪੁੱਛ ਰਹੀ ਸੀ, ਦੇ ਵਰ ਟੈਲਿੰਗ ਮੀ ਕਿ ਅਸੀਂ ਇੰਨਾ ਸੇਫ ਮਹਿਸੂਸ ਕਰਦੇ ਹਾਂ ਕਿ ਹਾਂਜੀ ਕੋਈ ਗੱਲ ਨਹੀਂ ਹੈ, ਜੇ ਅਸੀਂ ਲੇਟ ਹੋ ਗਏ ਹਾਂ ਕੈਮਰਾ ਹੈਗਾ ਉਹ ਦੇਖ ਰਿਹਾ। ਤਾਂ ਜੇ ਕੋਈ ਗਲਤ ਇਰਾਦੇ ਨਾਲ ਵੀ ਆਉਂਦਾ ਉਹਨੂੰ ਵੀ ਪਤਾ ਹੈ ਕਿ ਕੈਮਰਾ ਦੇਖ ਰਿਹਾ ਹੈਗਾ। ਮੇਰੀ ਮਦਰ ਨੇ ਸਾਰਾ ਪ੍ਰੈਕਟਿਸ ਸਾਂਭਿਆ, ਮੇਰੀ ਮਦਰ ਨੇ 2 ਕੁੜੀਆਂ ਨੂੰ ਸਾਂਭਿਆ। ਦੁਨੀਆ ਦੇ ਵਿੱਚ ਜਿਵੇਂ ਇੱਕ ਵਿਡੋਡ ਲੇਡੀ ਹੈਗੀ, ਉਹਨਾਂ ਨੂੰ ਵੀ ਪ੍ਰੋਬਲਮਸ ਆਈਆਂ ਹੋਣੀ ਹੈਗੀਆਂ, ਬਟ ਵੀ ਨੈਵਰ ਸੌ ਹਰ ਐਨੀਥਿੰਗ ਅਦਰ ਦੈਨ ਅ ਵੈਰੀ ਸਟਰੋਂਗ ਲੇਡੀ। ਮੇਰਾ ਮੰਨਣਾ ਹੈਗਾ ਕਿ ਮੈਨੂੰ ਸਟਰੋਂਗ ਬਣਾਉਣ 'ਚ ਜਿੰਨਾ ਉਹਨਾਂ ਦਾ ਯੋਗਦਾਨ ਹੈ ਉਹ ਕਿਸੇ ਹੋਰ ਦਾ ਨਹੀਂ ਹੋ ਸਕਦਾ। ਤੂੰ ਕੁੜੀ ਹੈ, ਖੁੱਲ ਕੇ ਜ਼ਿਆਦਾ ਹੱਸਣਾ। ਤੂੰ ਮੁੰਡਿਆਂ ਦੀ ਬਰਾਬਰੀ ਕਰੇਂਗੀ ਕਿਉਂ? ਕਿਉਂਕਿ ਤੂੰ ਕੁੜੀ ਹੈ। ਤੂੰ ਮੁੰਡਿਆਂ ਦੇ ਨਾਲ ਇੱਕੋ ਦਫ਼ਤਰ 'ਚ ਕੰਮ ਕਰੇਂਗੀ ਕਿਉਂ? ਕਿਉਂਕਿ ਤੂੰ ਕੁੜੀ ਹੈ। ਅੱਜ ਦਾ ਸਮਾਂ ਅਜਿਹਾ ਸਮਾਂ ਜਿੱਥੇ ਹਰੇਕ ਕੁੜੀ ਨੂੰ ਇਹਨਾਂ ਸਾਰੇ ਸਵਾਲ ਤੰਗ ਕਰਦੇ ਨੇ। ਇਹ ਸਾਰੇ ਸਵਾਲ ਜਿਹੜੇ ਨੇ ਪਰੇਸ਼ਾਨ ਕਰਦੇ ਨੇ, ਪਰ ਅਸੀਂ ਇਹਨਾਂ ਦੇ ਵਿੱਚੋਂ ਨਿਕਲਣਾ ਕਿੱਦਾਂ ਆ? ਆਪਣੇ ਆਪ ਨੂੰ ਪੋਜ਼ਿਟਿਵ ਕਿਵੇਂ ਰੱਖਣਾ ਆ? ਅੱਜ ਵੂਮੈਨਸ ਡੇ ਹੈ ਤੇ ਪਹਿਲਾਂ ਤਾਂ ਮੁਬਾਰਕਾਂ ਸਾਰਿਆਂ ਨੂੰ ਇਸ ਤਿਉਹਾਰ ਦੀਆਂ, ਵੂਮੈਨ ਡੇ ਜਿਹੜਾ ਕਿ ਅਸੀਂ ਮਨਾਉਂਦੇ ਹਾਂ ਮੈਸੇजेस ਦੇ ਰਾਹੀਂ।
ਪਰ ਵੂਮਨ ਡੇ ਦਾ ਮਤਲਬ ਕੀ ਹੈ, ਕਿਵੇਂ ਚੁਣੌਤੀਆਂ ਨੇ ਕੁੜੀਆਂ ਦੇ ਲਈ, ਤਾਂ ਸੋਚ ਨੂੰ ਕਿਵੇਂ ਬਦਲਿਆ ਜਾਵੇਗਾ, ਇਸ ਤੇ ਅੱਜ ਅਸੀਂ ਗੱਲਬਾਤ ਕਰਾਂਗੇ। ਨਗਰ ਨਿਗਮ ਦੇ ਕਮਿਸ਼ਨਰ ਸਾਡੇ ਨਾਲ ਮੌਜੂਦ ਨੇ, ਆਨੰਦਿਤਾ ਮਿੱਤਰਾ ਮੈਮ। ਬਹੁਤ ਬਹੁਤ ਸਵਾਗਤ ਹੈ ਮੈਮ ਤੁਹਾਡਾ। ਥੈਂਕ ਯੂ ਸਮਾਰਟ ਮਨਪ੍ਰੀਤ ਜੀ। ਸਿਟੀ ਐਂਡ ਥੈਂਕ ਯੂ। ਸਮਾਰਟ ਵੂਮਨ ਨੇ ਸਾਡੇ ਨਾਲ। ਸਭ ਤੋਂ ਪਹਿਲਾਂ ਇਹੀ ਕਿ ਵੂਮਨਸ ਡੇ ਦਾ ਤੁਹਾਡੇ ਅਕॉर्डिंग मतलब ਕੀ है? वैसे तो मुझे ये लगता है कि इतने इंडिपेंडेंस के इतने साल बाद, या शायद पूरी तरह वर्ल्ड में ही, क्योंकि ये सिर्फ नेशनल विमेंस डे नहीं है, इंटरनेशनल विमेंस डे है, ये दिन मनाने की ज़रूरत अब रह नहीं जानी चाहिए थी, क्योंकि 365 दिन ही ਕੁੜੀਆਂ ਦਾ ਵੀ ਹੈਗਾ ਤੇ ਬੰਦਿਆਂ ਦਾ ਵੀ ਹੈਗਾ, ਨਾ ਸਿਰਫ ਕੁੜੀਆਂ ਦਾ ਹੈ ਨਾ ਸਿਰਫ ਬੰਦਿਆਂ ਦਾ ਹੈ। ਲੇਕਿਨ ਅੱਜ ਵੀ ਸਾਨੂੰ ਇਹ ਲੋੜ ਮਹਿਸੂਸ ਹੁੰਦੀ ਹੈ ਕਿ ਅਸੀਂ ਇੱਕ ਸਪੈਸੀਫਿਕ ਡੇ ਨੂੰ ਇੰਟਰਨੈਸ਼ਨਲ ਵਿਮਨਸ ਡੇ ਮਨਾਈਏ। ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਵੀ ਆਲ ਨੀਡ टू वर्क टुवर्ड्स अ डे व्हेन दिस इज़ नॉट रिक्वायर्ड एट ऑल। बट चलिए ठीक है, जब तक हम मना रहे हैं तब तक हम एक दूसरे को अक्सर ये कहा जाता है कि हम औरतों को एम्पावर करने की कोशिश कर रहे हैं। मुझे ये लगता है कि हम विमेंस डे इसलिए मनाएं ताकि हम औरत की कमिटमेंट को, औरत की सेल्फलेसनेस को, औरत की स्ट्रेंथ को सेलिब्रेट कर सके, रादर दैन एम्पावरिंग द वुमेन। शी इज़ ऑलरेडी क्वाइट एम्पावर्ड। ਪਰ ਤੁਹਾਨੂੰ ਲੱਗਦਾ ਹੈ ਕਿ ਜੇ ਆਪਾਂ ਇਸ ਦਿਨ ਨੂੰ ਇੱਕ ਸਾਈਡ ਤੇ ਰੱਖੀਏ, ਤੁਹਾਨੂੰ ਲੱਗਦਾ ਹੈ ਕਿ ਅਸਲੀ ਜ਼ਿੰਦਗੀ ਦੇ ਵਿੱਚ ਔਰਤਾਂ ਦੀ ਰਿਸਪੈਕਟ ਕੀਤੀ ਜਾਂਦੀ ਹੈ, ਸਪੈਸ਼ਲੀ ਉਹ ਜਿਹੜੀਆਂ ਕਿ 24 ਘੰਟੇ ਘਰ ਦੇ ਵਿੱਚ ਕੰਮ ਕਰਦੀਆਂ ਨੇ? आपकी बात सही है। ਅੱਜ ਵੀ ਬਹੁਤ ਸਾਰੇ ਇੱਦਾਂ ਦੇ ਪਰਿਵਾਰ ਹੈ ਸਮਾਜ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਔਰਤਾਂ ਨੂੰ ਸ਼ਾਇਦ ਥੋੜਾ ਲੈਸਰ ਮੋਰਟਲ ਮੰਨਿਆ ਜਾਂਦਾ ਹੈਗਾ, ਬਟ ਫਰਕ ਤਾਂ ਫਿਰ ਵੀ ਬਹੁਤ ਪੈ ਗਿਆ ਹੈ। ਮੈਨੂੰ ਯਾਦ ਹੈ ਮੇਰੀ ਸਿਰਫ ਇੱਕ ਕੁੜੀ ਹੈਗੀ, ਤਾਂ ਮੈਨੂੰ ਯਾਦ ਹੈ ਕਿ ਜਿਸ ਦਿਨ ਮੇਰੀ ਕੁੜੀ ਹੋਈ ਸੀ ਉਸ ਦਿਨ आई एम श्योर मैनू इन्नी ज़्यादा खुशी हुई सी कि शायद मुंडा हुंदा तो इन्नी खुशी नहीं होनी सी मैनू। इट्स अ वेरी पर्सनल चॉइस। सो थिंग्स आर चेंजिंग, बट येस वॉट यू से इज़ ऑल्सो ट्रू। ਤੇ ਮੈਮ ਤੁਹਾਨੂੰ ਨਹੀਂ ਲੱਗਦਾ ਕਿ ਦੇਸ਼ ਤਰੱਕੀ ਕਰ ਰਿਹਾ, ਬਟ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਦੀ ਸੋਚ ਦਿਨੋਂ ਦਿਨ ਡਿੱਗਦੀ ਜਾ ਰਹੀ ਆ, ਕੁੜੀਆਂ ਦੇ ਕਰੈਕਟਰ ਨੂੰ ਲੈ ਕੇ ਜਾਂ ਫਿਰ ਕੁੜੀਆਂ ਦੇ ਕੱਪੜਿਆਂ ਨੂੰ ਲੈ ਕੇ ਕਮੈਂਟ ਹੁੰਦੇ ਨੇ, ਜਿਸ ਕਰਕੇ ਕੁੜੀਆਂ ਜਿਹੜੀਆਂ ਡੀਮੋਟੀਵੇਟ ਹੋ ਜਾਂਦੀਆਂ। ਤੁਸੀਂ ਇਹਨਾਂ ਬਾਰੇ ਕੀ ਕਹੋਗੇ? ਆਫ ਕੋਰਸ ਇਹਦੇ ਬਾਰੇ ਤਾਂ ਕੀ ਕਹਿਣਾ ਹੈਗਾ, ਇੱਦਾਂ ਦੇ ਲੋਕਾਂ ਲਈ ਤਾਂ ਸਮਾਜ 'ਚ ਬਿਲਕੁਲ ਥਾਂ ਨਹੀਂ ਹੋਣੀ ਚਾਹੀਦੀ ਹੈਗੀ। ਜਿਹੜਾ ਸੋਸ਼ਲ ਕੋਡ ਹੁੰਦਾ ਹੈਗਾ ਉਹ ਸਾਰਿਆਂ ਲਈ ਬਰਾਬਰ ਹੈ। ਬੰਦਿਆਂ ਲਈ ਵੀ ਉਹੀ ਸੋਸ਼ਲ ਕੋਡ ਹੋਣਾ ਚਾਹੀਦਾ ਤੇ ਕੁੜੀਆਂ ਲਈ ਵੀ ਉਹੀ ਹੋਣਾ ਚਾਹੀਦਾ, ਮੈਰਿਡ ਲਈ ਵੀ ਉਹੀ, ਅਨਮੈਰਿਡ ਲਈ ਵੀ ਉਹ, ਕਿ ਜੋ ਸਹੀ ਹੈ ਉਹ ਸਹੀ ਹੈ, ਜੋ ਗਲਤ ਹੈ ਉਹ ਗਲਤ ਹੈ। ਲੇਕਿਨ ਜਿਹੜੀ ਤੁਸੀਂ ਡੀਮੋਟੀਵੇਸ਼ਨ ਦੀ ਗੱਲ ਕੀਤੀ, ਕਿਸੇ ਨੂੰ ਵੀ ਉਦੋਂ ਤੱਕ ਡੀਮੋਟੀਵੇਟ ਉਹ ਬੰਦਾ ਹੋ ਨਹੀਂ ਸਕਦਾ ਹੈ ਜਦੋਂ ਤੱਕ ਤੁਸੀਂ ਕੋਈ ਹੋਰ ਤੁਹਾਨੂੰ ਡੀਮੋਟੀਵੇਟ ਨਹੀਂ ਕਰ ਸਕਦਾ, ਜਦੋਂ ਤੱਕ ਤੁਸੀਂ ਅੰਦਰੋਂ ਡੀਮੋਟੀਵੇਟ ਨਾ ਹੋ ਜਾਓ। ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਕੁੜੀਆਂ ਤੇ ਔਰਤਾਂ ਇਹ ਤੋਂ ਪਹਿਲੇ ਕਿ ਸਮਾਜ ਤੇ ਪਰਿਵਾਰ ਉਹਨਾਂ ਨੂੰ ਅਪਰੀਸ਼ੀਏਟ ਕਰੇ। ਵੀ ਨੀਡ ਟੂ ਲਰਨ ਹਾਊ ਟੂ ਅਪਰੀਸ਼ੀਏਟ ਆਵਰਸੈਲਵਸ। ਕਿਤੇ ਨਾ ਕਿਤੇ ਬਹੁਤ ਸਾਰੀ ਕੁੜੀਆਂ ਨੂੰ ਵੀ ਇੱਦਾਂ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਮੈਂ ਬਰਾਬਰੀ ਨਹੀਂ ਕਰ ਸਕਦੀ ਹਾਂ, शायद मेरे लिए ये ठीक नहीं है। मतलब ਉਹਨਾਂ ਦੇ ਅੰਦਰ ਹੀ ਕੌਨਫੀਡੈਂਸ। जी जी जी। तो सब तो ज़्यादा ज़रूरी है कि वी एज विमेन और एज एन एंटायर सोसाइटी ऑल्सो असी अपने कुड़ियां नूं पढ़ाइए ते अपने कुड़ियों ਦਾ ਜਿਹੜਾ ਆਤਮਬਲ ਹੈ, ਮਨੋਬਲ ਹੈ, ਉਹਨੂੰ ਵਧਾਈਏ। ਬਿਕੋਜ਼ ਇਹ ਤੋਂ ਪਹਿਲੇ ਕਿ ਸਮਾਜ ਔਰ ਪਰਿਵਾਰ ਤੁਹਾਨੂੰ ਐਕਸੈਪਟ ਕਰੇ ਜਾਂ ਤੁਹਾਨੂੰ ਸੇਮ ਬਰਾਬਰੀ ਦੇ ਸਥਿਤੀ ਦੇ ਵਿੱਚ ਐਕਸੈਪਟ ਕਰੇ, ਤੁਹਾਨੂੰ ਆਪਣੇ ਆਪ ਨੂੰ ਐਕਸੈਪਟ ਕਰਨਾ ਪੈਣਾ ਹੈ। ਜੀ, ਤੁਹਾਡੀ ਲਾਈਫ ਦੇ ਵਿੱਚ ਕਿੰਨੇ ਕੁ ਚੈलेंज आए ने इस मुकाम तक पहुंचने के लिए? देखिए, मुझे ऐसे लगता है आई वॉज वन ऑफ द प्रिविलेज्ड पीपल जिनको जेंडर के पॉइंट ऑफ व्यू से बहुत ज़्यादा तकलीफ़ नहीं आई। हाँ, मेरे लाइफ के जो स्ट्रगल्स है वो किसी के भी, चाहे वो औरत के स्ट्रगल्स हो चाहे वो मर्द के स्ट्रगल्स हो, वो आ सकते थे। पढ़ाई करने के लिए फादर साहब की डेथ हो गई यंग एज में, तो हाँ हम घर में 3 लेडीज़ रह गए, माई मदर एंड माई 2 सिस्टर्स। तो ऑफकोर्स फिर अपने आप ਨੂੰ ਇੰਨਾ ਸਬਲ ਬਣਾਉਣਾ ਉਹ ਚੈलेंज ਜ਼ਰੂਰ ਸੀਗਾ।
लेकिन ये चैलेंज थैंकफुली मेरे लाइफ 'ਚ मेरे परिवार वालों या ਈਵਨ समाज वालों नहीं आया कि तू कुड़ी है इस करके तू ये नहीं कर सकती है। सगों मैनू जब मेरे फादर जिਉਂਦੇ भी ਸੀਗੇ, ਬਾਅਦ 'ਚ ਮੇਰੇ ਮਦਰ ਹੁਣ ਵੀ ਮੇਰੇ ਨਾਲ ਹੀ ਹੈਗੇ, ਤੇ ਉਹ ਤੋਂ ਬਾਅਦ ਮੇਰੇ ਹਸਬੈਂਡ, ਸਾਰਿਆਂ ਨੇ ਸਿਰਫ ਇਹੀ ਕਿਹਾ ਕਿ ਤੁਸੀਂ ਆਪਣੀ ਪੂਰੀ ਕੈਪੈਸਿਟੀ ਕਿਵੇਂ ਨਹੀਂ ਯੂਜ਼ ਕਰ ਰਹੇ ਹੋ। You have to use your complete potential. So I am one of the lucky ones. Life ਦੀ normal struggles ਰਹੀ ਹੈ, but ਕੁੜੀ ਹੋਣ ਪੱਖੋਂ ਨਹੀਂ ਸੀਗੀ ਮੇਰੀ struggles। ਤੁਸੀਂ ਆਪਣੀ ਲਾਈਫ ਦੇ ਵਿੱਚ ਕਿਸ ਨੂੰ ਮੰਨਦੇ ਹੋ ਕਿ ਤੁਹਾਡੇ ਲਈ ਪ੍ਰੇਰਨਾ ਆ? ਮਤਲਬ ਤੁਸੀਂ, ਤੁਹਾਨੂੰ ਲੱਗਦਾ ਹੈ ਕਿ ਜੇ ਉਹ ਚੀਜ਼ ਮੇਰੇ ਕੋਲ ਨਹੀਂ ਆ ਤਾਂ ਤੁਸੀਂ ਪੋਜ਼ਿਟਿਵ ਨਹੀਂ ਰਹਿ ਸਕਦੇ ਹੈਗੇ? ਮੇਰੀ ਲਾਈਫ ਨੂੰ ਔਰ ਮੈਨੂੰ ਸਭ ਤੋਂ ਜ਼ਿਆਦਾ ਸਟਰੈਂਥ ਤਾਂ ਮੇਰੇ ਮਦਰ ਨੇ ਦਿੱਤਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ, ਮੇਰੇ ਮਦਰ ਵੀ ਡਾਕਟਰ ਨੇ, ਮੇਰੇ ਫਾਦਰ ਸਾਹਿਬ ਵੀ ਡਾਕਟਰ ਸੀਗੇ, ਉਹਨਾਂ ਦੀ ਲੰਬੀ ਬਿਮਾਰੀ ਕਰਕੇ ਡੈਥ ਹੋ ਗਈ। ਹੀ ਵਾਜ਼ ਵੈਰੀ ਯੰਗ ਐਟ ਦੈਟ ਟਾਈਮ, ਹੀ ਵਾਜ਼ ਹਾਰਡਲੀ 45 ਇਅਰਸ ਆਫ ਏਜ। ਤੇ ਮੈਂ 11th 'ਚ ਸੀਗੀ ਤੇ ਮੇਰੀ ਸਿਸਟਰ ਜਿਹੜੀ ਹੈਗੀ ਉਹ ਕਲਾਸ 4 'ਚ ਸੀਗੀ। ਤਾਂ ਉਦੋਂ ਮੇਰੀ ਮਦਰ ਨੇ ਸਾਰਾ ਪ੍ਰੈਕਟਿਸ ਸਾਂਭਿਆ, ਮੇਰੀ ਮਦਰ ਨੇ 2 ਕੁੜੀਆਂ ਨੂੰ ਸਾਂਭਿਆ। ਦੁਨੀਆ ਦੇ ਵਿੱਚ ਜਿਵੇਂ ਇੱਕ ਵਿਡੋਡ ਲੇਡੀ ਹੈਗੀ, ਉਹਨਾਂ ਨੂੰ ਵੀ ਪ੍ਰੋਬਲਮਸ ਆਈਆਂ ਹੋਣੀ ਹੈਗੀਆਂ, ਬਟ ਵੀ ਨੈਵਰ ਸੌ ਹਰ ਐਨੀਥਿੰਗ ਅਦਰ ਦੈਨ ਅ ਵੈਰੀ ਸਟਰੋਂਗ ਲੇਡੀ। ਤਾਂ ਮੇਰਾ ਮੰਨਣਾ ਹੈਗਾ ਕਿ ਮੈਨੂੰ ਸਟਰੋਂਗ ਬਣਾਉਣ 'ਚ ਜਿੰਨਾ ਉਹਨਾਂ ਦਾ ਯੋਗਦਾਨ ਹੈ ਉਹ ਕਿਸੇ ਹੋਰ ਦਾ ਨਹੀਂ ਹੋ ਸਕਦਾ। ਤੁਸੀਂ ਆਪਣੀ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੀ ਇੱਕ ਬੇਟੀ ਵੀ ਹੈ, ਤੁਸੀਂ ਆਪਣੀ ਬੇਟੀ ਨੂੰ ਕਿਵੇਂ ਮਤਲਬ ਕਿ ਫਾਈਟ ਕਰਨਾ ਸਿਖਾਉਂਦੇ ਹੋ ਕਿ ਜਦੋਂ ਲੋਕ ਤੁਹਾਨੂੰ ਚੁਣੌਤੀਆਂ ਦਿੰਦੇ ਨੇ, ਚੈਲੰਜ ਦਿੰਦੇ ਨੇ, ਸਮਾਜ ਦੇ ਵਿੱਚ ਤੁਹਾਨੂੰ ਮਤਲਬ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ, ਤੁਸੀਂ ਆਪਣੀ ਬੇਟੀ ਨੂੰ ਕੀ ਕਹਿੰਦੇ ਹੋ ਉਸ ਵੇਲੇ? ਮੇਰਾ ਇਹ ਮੰਨਣਾ ਹੈ ਤੇ ਮੇਰੇ ਹਸਬੈਂਡ ਦਾ ਵੀ ਇਹੀ ਮੰਨਣਾ ਰਿਹਾ ਹੈ ਕਿ ਸਿਖਾਉਣ ਦੇ ਬਜਾਏ ਨਾ ਜਿਹੜੀ ਤੁਹਾਡੀ एक अंग्रेजी च कहावत है प्रीच बाय एग्जाम्पल। सो हमने अपनी ज़िंदगी को इस तरह से जीने की कोशिश की है जिससे मेरी बेटी अपने आप ही मुझे देख के सीख सके कि आपको कितना स्ट्रगल करना पड़ता है, सवेरे उठना पड़ता है, रात तक काम करना पड़ता है, कितने प्रेशर्स झेलने पड़ते हैं, कितनी मेहनत करनी पड़ती है। तो मुझे लगता है कि मैं बोल के उसको सिखाऊं उससे ज़्यादा ये अच्छा है कि मेरी ज़िंदगी से वो सीखे। ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਬੇਟੀ ਦੀ, ਤੁਸੀਂ ਆਪਣੀ ਪਰਸਨਲ ਲਾਈਫ ਤੇ ਪ੍ਰੋਫੈਸ਼ਨਲ ਲਾਈਫ ਨੂੰ ਕਿਵੇਂ ਮੈਨੇਜ ਕਰਦੇ ਹੋ? Very difficult. It's been very difficult balancing my professional and personal life, not due to any other reason, but समय नहीं ਹੁੰਦਾ ਹੈਗਾ। ਤਾਂ ਸਮੇਂ ਦੀ ਬਹੁਤ ਜ਼ਿਆਦਾ ਘਾਟ ਹੁੰਦੀ ਹੈਗੀ। ਤਾਂ ਹੁਣ ਚਲੋ ਬੇਟੀ ਮੇਰੀ ਵੱਡੀ ਹੋ ਗਈ ਹੈਗੀ, ਲੇਕਿਨ ਜਦੋਂ ਛੋਟੀ ਸੀਗੀ ਤਾਂ ਤੁਹਾਡੇ ਨਾਲ ਮੈਂ ਇੱਕ ਕਿੱਸਾ ਸ਼ੇਅਰ ਕਰਨਾ ਚਾਹੁੰਦੀ ਹਾਂ। ਜਦ ਮੈਂ SDM ਰੋਪੜ ਹੁੰਦੀ ਸੀ, ਨਵੀਂ ਜੌਬ 'ਚ ਆਈ ਸੀਗੀ, ਕੋਈ ਸਟਾਫ ਵਗੈਰਾ ਵੀ ਨਹੀਂ ਹੁੰਦਾ ਸੀਗਾ, ਤੇ ਮੇਰੀ ਬੇਟੀ ਉਦੋਂ 4 ਸਾਲ ਦੀ ਸੀਗੀ। ਤਾਂ ਮੈਂ ਉਹਨੂੰ ਕਿਡਜ਼ੀ ਸਕੂਲ 'ਚ ਪੜ੍ਹਦੀ ਹੁੰਦੀ ਸੀ। ਮੈਂ ਉਹਨੂੰ ਸਵੇਰੇ ਸਕੂਲ ਛੱਡਣਾ ਤੇ ਸਕੂਲ ਛੱਡਣ ਤੋਂ ਬਾਅਦ ਕਿਉਂਕਿ ਮੈਨੂੰ ਬਹੁਤ ਲੇਟ ਨਾਈਟ ਹੁੰਦਾ ਸੀ, ਮੈਂ ਉਹਨੂੰ ਦਫ਼ਤਰ ਲਿਆਉਣਾ ਤੇ ਦਫ਼ਤਰ ਦੇ ਨਾਲ ਵਾਲੇ ਕਮਰੇ 'ਚ ਮੈਂ ਆਪਣੇ ਘਰੋਂ ਇੱਕ TV ਲਾ ਕੇ ਲਾਇਆ ਹੋਇਆ ਸੀਗਾ ਤੇ ਇੱਕ ਸੋਫਾ ਲਾ ਕੇ ਰੱਖਿਆ ਸੀਗਾ। ਤੇ ਉਹਨੂੰ ਜਦੋਂ ਤੱਕ ਮੈਂ ਕਰ ਨਹੀਂ ਜਾਂਦੀ ਸੀ, ਮੇਰੇ ਆਪਣੇ ਨਾਲ ਵਾਲੇ ਕਮਰੇ 'ਚ ਹੀ ਮੈਂ ਉਹਨੂੰ ਰੱਖਦੀ ਹੁੰਦੀ ਸੀਗੀ ਕਿ ਕਿਤੇ ਉਹ ਘਰ 'ਚ ਕਿਹਦੇ ਨਾਲ ਰਹੇਗੀ, ਕਿਵੇਂ ਰਹੇਗੀ। ਸੋ ਇੱਦਾਂ ਦੇ ਸਟਰਗਲਸ ਰਹੇ ਹੈ, ਬਟ God has been great, God has been very kind ਕਿ ਅੱਜ ਉਹ she is now just turned 18। ਜੀ ਜੀ ਜੀ। ਤੇ ਇੱਕ ਤੁਹਾਡੀ ਹੋ ਗਈ ਪਰਸਨਲ ਲਾਈਫ, ਇੱਕ ਪ੍ਰੋਫੈਸ਼ਨਲ। ਖੁਦ ਲਈ ਟਾਈਮ ਕੱਢਣਾ ਕਿੰਨਾ ਕੁ ਔਖਾ ਹੈ? ਮਿਲ ਪਾਉਂਦਾ ਖੁਦ ਲਈ ਟਾਈਮ? ਖੁਦ ਲਈ ਟਾਈਮ ਕੱਢਣਾ ਬਹੁਤ ਔਖਾ ਹੈ, ਲੇਕਿਨ ਮਨਪ੍ਰੀਤ ਜੀ ਮੈਂ ਆਪਣੇ ਕੰਮ ਦੇ ਵਿੱਚ ਹੀ ਖੁਸ਼ੀ ਮੈਨੂੰ ਬਹੁਤ ਮਿਲਦੀ ਹੈ। ਤਾਂ ਉਹ ਵੀ ਜਿਹੜਾ ਟਾਈਮ ਹੈ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਵੀ ਮੈਂ ਆਪਣੇ ਲਈ ਕੱਢਿਆ ਹੈਗਾ, ਕਿਉਂਕਿ ਉਹ ਚੀਜ਼ ਕਰਕੇ ਮੈਨੂੰ ਖੁਸ਼ੀ ਮਿਲਦੀ ਹੈ। ਤਾਂ ਆਪਣੇ ਲਈ ਟਾਈਮ ਕੱਢਣ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਚੀਜ਼ ਕਰਕੇ ਤੁਹਾਨੂੰ ਖੁਸ਼ੀ ਮਿਲਦੀ ਹੈ, ਤਾਂ ਮੈਨੂੰ ਕੰਮ ਕਰਕੇ ਬਹੁਤ ਖੁਸ਼ੀ ਮਿਲਦੀ ਹੈ। ਤੁਹਾਡੀ ਲਾਈਫ ਦੇ ਵਿੱਚ ਕਦੋਂ ਇਹ ਤੁਹਾਨੂੰ ਫੀਲ ਹੋਇਆ, ਕਿਉਂਕਿ ਅੱਜ ਹਰ ਕੋਈ ਕੁੜੀ ਹੈ ਚਾਹੇ ਕੋਈ ਇੱਕ ਮੁਕਾਮ ਹਾਸਿਲ ਕਰਨਾ ਚਾਹੁੰਦੀ ਹੈ, ਬਟ ਕਨਫਿਊਜ਼ ਆਲ ਦੀ ਟਾਈਮ, ਕਨਫਿਊਜ਼ ਕਿ ਨਹੀਂ ਹਜੇ ਨਹੀਂ, ਟਾਈਮ ਨਹੀਂ ਆਇਆ। ਤੁਹਾਡੀ ਲਾਈਫ ਦੇ ਵਿੱਚ ਉਹ ਟਾਈਮ ਕਦੋਂ ਆਇਆ ਸੀਗਾ ਜੋ ਤੁਹਾਨੂੰ ਲੱਗਿਆ ਕਿ ਹਾਂ ਹੁਣੇ ਮੌਕਾ ਹੈ ਇਸ ਮੁਕਾਮ ਨੂੰ ਹਾਸਿਲ ਕਰਨ ਦਾ? ਇਹ ਮੁਕਾਮ ਤਾਂ ਚਲੋ ਲਾਈਫ 'ਚ ਕਾਫੀ ਲੇਟ ਆਇਆ। ਮੇਰਾ ਵਿਆਹ ਹੋ ਗਿਆ ਸੀਗਾ, ਮੇਰੀ ਕੁੜੀ ਸੀਗੀ, ਉਦੋਂ ਮੈਂ ਐਗਜ਼ਾਮ ਦਿੱਤਾ। ਲੇਕਿਨ ਸਾਡੇ ਪਰਿਵਾਰ ਦਾ ਇੱਦਾਂ ਦਾ ਮਾਹੌਲ ਸੀਗਾ ਜੋ ਮੈਂ ਹਰ ਮਾਂ ਪਿਓ ਨੂੰ ਰਿਕੁਐਸਟ ਕਰਨਾ ਚਾਹਾਂਗੀ ਕਿ ਤੁਸੀਂ ਆਪਣੇ ਕੁੜੀਆਂ ਨੂੰ ਇੱਦਾਂ ਦਾ ਮਾਹੌਲ ਦਿਓ। ਸਮਾਜ ਬਾਅਦ 'ਚ ਆਇਆ, ਸਕੂਲ ਕਾਲਜ ਬਾਅਦ 'ਚ ਆਇਆ, ਪਰਿਵਾਰ 'ਚ ਆਪਾਂ ਇਹ ਮਾਹੌਲ ਦਈਏ। ਮੇਰੇ ਪਰਿਵਾਰ 'ਚ ਅਸੀਂ 2 ਕੁੜੀਆਂ ਸੀਗੀਆਂ
ਮੇਰੇ ਪਰਿਵਾਰ 'ਚ ਕਦੀ ਇਹ ਸਵਾਲ ਹੀ ਨਹੀਂ ਸੀਗਾ ਕਿ ਤੁਸੀਂ ਪ੍ਰੋਫੈਸ਼ਨਲ ਨਹੀਂ ਬਣਨਾ ਹੈ। ਇਹ ਸਵਾਲ ਹੀ ਨਹੀਂ ਸੀਗਾ। ਇਟ ਵਾਸ ਅੰਡਰਸਟੂਡ ਕਿ ਤੁਸੀਂ ਬੈਸਟ ਟੂ ਬੈਸਟ ਪੜ੍ਹਾਈ ਕਰਨੀ ਹੈ, ਤੁਸੀਂ ਬੈਸਟ ਟੂ ਬੈਸਟ ਪਰਫਾਰਮ ਕਰਨਾ ਹੈ। ਜੇ ਅਸੀਂ ਕਦੀ ਕਲਾਸ 'ਚ ਸੈਕਿੰਡ ਆ ਜਾਂਦੇ ਤਾਂ ਸਾਡੇ ਪੇਰੈਂਟਸ ਨੇ ਸਾਨੂੰ ਪੁੱਛਣਾ ਫਰਸਟ ਕਿਉਂ ਨਹੀਂ ਆਏ, ਤੇ ਤੁਸੀਂ ਨੌਨ ਪ੍ਰੋਫੈਸ਼ਨਲ ਬਣੋਗੇ, ਇਹ ਖਿਆਲ ਤੱਕ ਸਾਡੇ ਪਰਿਵਾਰ 'ਚ ਕਿਸੇ ਨੂੰ ਕਦੀ ਨਹੀਂ ਆਇਆ। ਤਾਂ ਐਦਾਂ ਦਾ ਮਾਹੌਲ ਜੇ ਹਰ ਪਰਿਵਾਰ ਆਪਣੀ ਕੁੜੀਆਂ ਨੂੰ ਦੇ ਦੇ, ਹਰ ਕੁੜੀ ਪ੍ਰੋਸਪਰ ਕਰੂਗੀ, ਹਰ ਕੁੜੀ ਮੁਕਾਮ ਹਾਸਲ ਕਰੂਗੀ। ਮਤਲਬ ਸਿਸਟਮ ਤੋਂ ਪਹਿਲਾਂ ਪਰਿਵਾਰ ਨੂੰ ਜ਼ਰੂਰ ਹਾਂਜੀ ਹਾਂਜੀ ਹਾਂਜੀ, ਸਭ ਤੋਂ ਪਹਿਲੇ ਪਰਿਵਾਰ ਦੇ ਨਾਲ ਹੀ ਤੁਹਾਡਾ ਆਪਣਾ ਕੌਨਫੀਡੈਂਸ ਬਿਲਡ ਹੁੰਦਾ ਹੈਗਾ। ਅੱਜ ਮੈਂ ਜੋ ਵੀ ਹਾਂ, ਮੇਰੇ ਪਰਿਵਾਰ ਨੇ ਮੈਨੂੰ ਜੋ ਸਿਖਾਇਆ ਹੈ, ਮੇਰੇ 'ਚ ਕੌਨਫੀਡੈਂਸ ਜਿਹੜਾ ਇਨਸਟਿਲ ਕੀਤਾ ਹੈ, ਉਹਦੇ ਕਰਕੇ ਹੀ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਹਾਂ। ਤਾਂ ਸਭ ਤੋਂ ਪਹਿਲੇ ਪਰਿਵਾਰ, ਐਂਡ ਦੈਨ ਯੂ ਹੈਵ ਟੂ ਬਿਲੀਵ ਇਨ ਯੋਰਸੈਲਫ। ਓਕੇ। ਤੇ ਮੈਮ ਜਿਵੇਂ ਅੱਜ ਦਾ ਆਪਾਂ ਇਨਵਾਇਰਨਮੈਂਟ ਦੀ ਗੱਲ ਕਰ ਲਈਏ ਜਾਂ ਆਪਾਂ ਮਾਹੌਲ ਦੀ ਗੱਲ ਕਰ ਲਈਏ, ਕੁੜੀਆਂ ਨਸ਼ੇ ਦੇ ਵਿੱਚ ਦਲਦਲ 'ਚ ਫਸ ਰਹੀਆਂ ਨੇ। ਮੁੰਡੇ ਜਿੰਨੇ ਨਸ਼ੇ ਦੀ ਦਲਦਲ 'ਚ ਫਸ ਰਹੇ ਨੇ, ਕੁੜੀਆਂ ਵੀ ਉਨੀਆਂ ਜ਼ਿਆਦੀਆਂ ਨੇ। ਕਿਵੇਂ ਮਤਲਬ ਸਿਸਟਮ ਇਸ ਦੇ ਵਿੱਚ ਹੈਲਪ ਕਰੇਗਾ ਕੁੜੀਆਂ ਨੂੰ ਉਸ ਚੀਜ਼ 'ਚੋਂ ਕੱਢਣ ਦੇ ਲਈ, ਤੁਹਾਨੂੰ ਲੱਗਦਾ ਇਹਦਾ? देखिए, सरकार सिस्टम हर किस्म से हेल्प करती होती है। इन द सेंस आपके लिए ड्रग डी एडिक्शन कोर्सेज करती है, आपके लिए स्किल डेवलपमेंट कोर्सेज करती है, आपके लिए एम्प्लॉयमेंट जनरेशन के अपॉर्चुनिटीज़ करती है। लेकिन वो अपॉर्चुनिटी सबके लिए है। क्यों कोई एक व्यक्ति है जो गलत आदत में पड़ता है और दूसरा नहीं? इट इज़ अ वेरी पर्सनल एंड इंडिविजुअल थिंग। और सबसे पहला रेफरेंस पॉइंट ही परिवार होता है। आप खुद अपने आप को कितना सख्त रखते हैं, कितना स्ट्रॉन्ग रखते हैं, और आपका परिवार आपको किस तरह से संभाल के रखता है। बाई संभालना आई डोंट मीन कि रात को 8 बजे से पहले घर आ जाओ। बाई संभालना मीन्स इमोशनल सपोर्ट, ऑल काइंड्स ऑफ सपोर्ट विच अ फैमिली शुड गिव टू अ गर्ल। I think then girls should be fine, and education is something which is absolutely non-negotiable। एक मैनू लगता है, शायद मैं गलत होवा, मैं कह नहीं सकती हाँ, लेकिन बराबरी करन दा मतलब ये नहीं हुंदा है कि जे मुंडे नू खराब आदत है तो असी भी वो खराब आदत ले लिए। राइट बिल्कुल। मॉडर्न होने दा मतलब ये नहीं है कि जे वो गलत कर रहा है तो मैं गलत करा, नहीं। सो मेरे लिए की सही है वो देखना हर कुड़ी ਦਾ ਹੀ ਨਹੀਂ, ਹਰ ਇਨਸਾਨ ਦਾ ਫਰਜ਼ ਹੈ। ਮੈਮ ਪਰ ਇੱਕ ਚੀਜ਼, ਇੱਕ ਮੁਸ਼ਕਲ ਜੇ ਆਪਾਂ ਕੁੜੀਆਂ ਦੀ ਗੱਲ ਵੀ ਕਰੀਏ, ਉਹਨਾਂ ਵੱਲੋਂ ਇਹ ਆਂਦੀ ਹੈ ਕਿ ਕੁੜੀ ਸਹੀ ਹੋਵੇ, ਪਰਿਵਾਰ ਦੇ ਵੱਲੋਂ ਪਰਵਰਿਸ਼ ਵੀ ਸਹੀ ਹੋਵੇ, ਐਜੂਕੇਟਡ ਹੋਵੇ, ਫਿਰ ਵੀ ਕਿਉਂਕਿ ਇਸ ਵੇਲੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨੇ। ਬਿਮਾਰੀਆਂ ਲਾਈਕ ਰੇਪ ਬਹੁਤ ਜ਼ਿਆਦਾ ਹੁੰਦੇ ਨੇ, ਦਹੇਜ ਪ੍ਰਥਾ ਇੰਨੀ ਚੱਲਦੀ ਹੈ, ਕੁੜੀਆਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ। ਫੈਮਿਲੀ ਨੇ ਜਿੰਨੀ ਮਰਜ਼ੀ ਵਧੀਆ ਸਿੱਖਿਆ ਆਪਣੇ ਬੱਚਿਆਂ ਨੂੰ ਦਿੱਤੀ ਹੋਵੇ, ਪਰ ਕਿਤੇ ਨਾ ਕਿਤੇ ਡਰਦੇ ਨੇ ਲੋਕ, ਪਰਿਵਾਰ ਡਰਦੇ ਨੇ ਆਪਣੀਆਂ ਕੁੜੀਆਂ ਨੂੰ ਬਾਹਰ ਕੱਢਣ ਦੇ ਲਈ। ਉਹਨਾਂ ਫੈਮਲੀਜ਼ ਨੂੰ ਤੁਸੀਂ ਕੀ ਸੁਨੇਹਾ ਦਿਓਗੇ? ਉਹਨਾਂ ਫੈਮਲੀਜ਼ ਨੂੰ ਤਾਂ ਦੇਖੋ, ਆਪਣੇ ਬੱਚੀ ਦੀ ਰਾਖੀ ਕਰਨਾ ਤਾਂ ਆਫਟਰ ਆਲ ਹਰ ਫੈਮਲੀ ਦੀ ਰਿਸਪੌਂਸਿਬਿਲਟੀ ਹੈ, ਲੇਕਿਨ ਉਹ ਤੋਂ ਵੱਡੀ ਜ਼ਿੰਮੇਵਾਰੀ ਸਰਕਾਰ ਦੀ ਹੈ ਤੇ ਸਾਡੇ ਵਰਗੇ ਆਫਿਸਰਸ ਦੀ ਹੈ ਕਿ ਅਸੀਂ ਕੁੜੀਆਂ ਨੂੰ ਇੱਦਾਂ ਦਾ ਇੱਕ ਸਿਕਿਉਰ ਤੇ ਸੇਫ ਐਟਮੋਸਫੀਅਰ ਦਈਏ ਕਿ ਉਹ ਰਾਤ ਨੂੰ 12 ਵਜੇ ਤੱਕ ਵੀ, ਜੇ 12 ਵਜੇ ਕੰਮ ਕਰਕੇ ਵਾਪਸ ਆ ਰਹੀ ਹੈ ਤਾਂ ਸ਼ੀ ਸ਼ੁੱਡ ਫੀਲ ਸੇਫ। ਚੰਡੀਗੜ੍ਹ 'ਚ ਉਹ ਮਾਹੌਲ ਕਾਫੀ ਹੱਦ ਤੱਕ ਸਾਡੇ ਪੁਲਿਸ ਨੇ ਤੇ ਸਾਡੇ ਸਮਾਰਟ ਸਿਟੀ ਜਿਹੜਾ ਪ੍ਰੋਜੈਕਟ ਹੈ ਉਹਨਾਂ ਨੇ ਕਾਫੀ ਹੱਦ ਤੱਕ ਦੇਣ 'ਚ ਕਾਮਯਾਬ ਰਹੇ। ਹਰ ਜਗ੍ਹਾ CCTVs ਲਾਏ ਗਏ ਹੈਗੇ। ਕੱਲ ਪਰਸੋਂ ਹੀ ਮੈਂ ਕੁਝ ਕੁੜੀਆਂ ਨਾਲ ਗੱਲ ਕਰ ਰਹੀ ਸੀ ਕਿ ਛੋਟੀ ਬੱਚੀਆਂ ਸੀਗੀਆਂ ਕਾਲਜ ਦੀ, ਮੈਂ ਉਹਨਾਂ ਨੂੰ ਪੁੱਛ ਰਹੀ ਸੀ, ਦੇ ਵੇ ਟੈਲਿੰਗ ਮੀ ਕਿ ਅਸੀਂ ਇੰਨਾ ਸੇਫ ਮਹਿਸੂਸ ਕਰਦੇ ਹਾਂ ਕਿ ਹਾਂਜੀ ਕੋਈ ਗੱਲ ਨਹੀਂ ਹੈ, ਜੇ ਅਸੀਂ ਲੇਟ ਹੋ ਗਏ ਹਾਂ, ਕੈਮਰਾ ਹੈਗਾ ਉਹ ਦੇਖ ਰਿਹਾ, ਤਾਂ ਜੇ ਕੋਈ ਗਲਤ ਇਰਾਦੇ ਨਾਲ ਵੀ ਆਉਂਦਾ ਉਹਨੂੰ ਵੀ ਪਤਾ ਹੈ ਕਿ ਕੈਮਰਾ ਦੇਖ ਰਿਹਾ ਹੈਗਾ। So therefore within 6 months of operation 250 criminal cases ਪੁਲਿਸ ਨੇ ਇਹ ਸਮਾਰਟ ਸਿਟੀ ਦੇ ਕੈਮਰਾਜ਼ ਰਾਹੀਂ ਜਿਹੜਾ ਹੈਗਾ ਉਹ ਕੀਤਾ ਹੈ। ਤਾਂ ਇਹ ਇਸ ਤਰ੍ਹਾਂ ਦੇ ਉਪਰਾਲੇ ਹੈ ਜੋ ਡੈਫੀਨੇਟਲੀ ਸ਼ਾਸਨ ਪ੍ਰਸ਼ਾਸਨ ਵੱਲੋਂ ਕੀਤੇ ਜਾਣ ਤਾਂ ਕੁੜੀਆਂ ਜਿਹੜੀ ਹੈਗੀਆਂ ਉਹ ਸੇਫ ਮਹਿਸੂਸ ਕਰਨਗੀਆਂ। ਜੀ, ਤੇ ਤੁਸੀਂ ਅੱਜ ਦੀਆਂ ਕੁੜੀਆਂ ਨੂੰ ਵੂਮਨ ਡੇ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹੀ ਕਹਿਣਾ ਚਾਹਾਂਗੀ ਕਿ ਬਿਲੀਵ ਇਨ ਯੋਰਸੈਲਫ, ਹੈਵ ਕੌਨਫੀਡੈਂਸ ਇਨ ਯੋਰਸੈਲਫ, ਵੀ ਆਰ ਨੋਟ ਲੈਸਰ ਮੋਰਟਲਸ। ਤੇ ਮੈਨੂੰ ਬਿਲਕੁਲ ਨਹੀਂ ਲੱਗਦਾ ਹੈ ਕਿ ਤੁਹਾਨੂੰ ਐਮਪਾਵਰ ਕਰਨ ਦੀ ਕਿਸੇ ਨੂੰ ਲੋੜ ਹੈਗੀ। ਤੁਸੀਂ ਆਪ ਬਹੁਤ ਜ਼ਿਆਦਾ ਐਮਪਾਵਰਡ ਹੋ, ਬਸ ਤੁਹਾਨੂੰ ਐਮਪਾਵਰਮੈਂਟ ਆਪਣੇ ਅੰਦਰ ਲੱਭਣ ਦੀ ਲੋੜ ਹੈ। ਜੀ, ਥੈਂਕ ਯੂ ਮੈਮ, ਥੈਂਕ ਯੂ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਥੈਂਕ ਯੂ। ਸੋ ਬਹੁਤ ਅੱਛੇ ਵਿਚਾਰ, ਬਹੁਤ ਚੰਗੇ। ਜ਼ਰੂਰੀ ਹੈ ਖੁੱਲ੍ਹ ਕੇ ਹੱਸੋ, ਤੁਹਾਨੂੰ ਕੋਈ ਇਹ ਨਹੀਂ ਪੁੱਛੇਗਾ ਤੁਸੀਂ ਕੁੜੀ ਕਿਉਂ ਹੋ।
ਤੁਸੀਂ ਕੌਨਫੀਡੈਂਸ ਲੈ ਕੇ ਆਓ ਆਪਣੇ ਮਨ ਦੇ ਵਿੱਚ। ਜੇ ਤੁਹਾਡੇ ਅੰਦਰ ਕੌਨਫੀਡੈਂਸ ਹੈ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਕਦੇ ਵੀ ਥੱਲੇ ਨਹੀਂ ਸੁੱਟ ਸਕਦੀ। ਸੋ ਕੌਨਫੀਡੈਂਸ ਰੱਖੋ ਤੇ ਇਸੇ ਤਰ੍ਹਾਂ ਰੋਜ਼ਾਨਾ ਸਪੋਕਸਮੈਨ ਨੂੰ ਵੀ ਪਿਆਰ ਕਰਦੇ ਰਹੋ। ਸਤਿ ਸ਼੍ਰੀ ਅਕਾਲ।